ਯੈਸ 8th ਸਟੈਂਡਰਡ ਸਟੂਡੈਂਟਸ। ਅੱਜ ਜਿਹੜਾ ਆ ਆਪਾਂ ਚੈਪਟਰ ਉਦੋਂ ਪੜ੍ਹਿਆ ਸੀ, ਚੈਪਟਰ ਤੁਹਾਨੂੰ ਮੈਂ ਸਮਝਾਇਆ ਸੀ। ਜੇ ਕਿਸੇ ਨੂੰ ਵੀ ਕੋਈ ਡਾਊਟ ਹੋਵੇ ਯੂ ਆਰ ਮੋਸਟ ਵੈਲਕਮ। ਅੱਜ ਆਪਾਂ ਜਿਹੜੇ ਆ ਲਿਖਤੀ ਕੰਮ ਦੇ ਵਿੱਚ ਕੁਐਸਚਨ ਆਨਸਰ ਡਿਸਕਸ ਕਰਾਂਗੇ। ਤੁਹਾਨੂੰ ਪਹਿਲਾਂ ਮੈਂ ਓਰਲ ਇੱਕ ਵਾਰੀ ਚੰਗੀ ਤਰ੍ਹਾਂ ਸਮਝਾਉਂਗੀ ਤਾਂ ਕਿ ਤੁਸੀਂ ਜਿਹੜਾ ਆ ਉਹਨੂੰ ਅੱਛੀ ਤਰ੍ਹਾਂ ਸਮਝ ਲਓ, ਔਰ ਉਸ ਤੋਂ ਬਾਅਦ ਜਿਹੜਾ ਆ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਜਿਹੜੇ ਆ ਮੈਂ ਆਨਸਰ ਸੈਂਡ ਕਰੂੰਗੀ ਤਾਂ ਕਿ ਜਿਹੜਾ ਆ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਾਊਟ ਨਾ ਰਹੇ। ਸੋ ਪਹਿਲਾਂ ਆਪਾਂ ਸ਼ਾਰਟ ਕੁਐਸਚਨ ਆਨਸਰ ਡਿਸਕਸ ਕਰਦੇ ਹਾਂ। ਪੰਕਜ ਦੇ ਮੰਮੀ ਪਾਪਾ ਕੀ ਕੰਮ ਕਰਦੇ ਸਨ? ਚੈਪਟਰ ਦੇ ਵਿੱਚ ਕੀ ਆਇਆ ਆ ਕਿ ਪੰਕਜ ਦੇ ਜਿਹੜੇ ਮੰਮੀ ਆ ਉਹ ਕੀ ਕਰਦੇ ਸੀ? ਲੋਕਾਂ ਦੇ ਕੱਪੜੇ ਪ੍ਰੈਸ ਕਰਦੇ ਸੀ। ਔਰ ਉਹਦੇ ਪਾਪਾ ਕੀ ਕਰਦੇ ਸੀ? ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਸੀ। ਸੋ ਤੁਸੀਂ ਆਨਸਰ ਕੀ ਲਿਖੋਗੇ? ਪੰਕਜ ਦੀ ਮੰਮੀ ਲੋਕਾਂ ਦੇ ਕੱਪੜੇ ਪ੍ਰੈਸ ਕਰਦੇ ਸੀ ਔਰ ਉਸਦੇ ਪਾਪਾ ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਬਸ ਇੰਨਾ ਹੀ ਆਨਸਰ ਲਿਖਣਾ ਹੈ। ਪੰਕਜ ਨੇ ਆਪਣੇ ਦੋਸਤਾਂ ਨਾਲ ਕਿੱਥੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ? ਪੰਕਜ ਜਿਹੜਾ ਆ ਉਹ ਕਿੱਥੇ ਜਾਣਾ ਚਾਹੁੰਦਾ ਸੀ? ਮਸੂਰੀ। ਕਿਉਂ ਜਾਣਾ ਚਾਹੁੰਦਾ ਸੀ? ਕਿਉਂਕਿ ਉਹ ਆਪਣੇ ਦੋਸਤਾਂ ਦੇ ਨਾਲ ਨਵਾਂ ਸਾਲ ਮਸੂਰੀ ਦੇ ਵਿੱਚ ਮਨਾਉਣਾ ਚਾਹੁੰਦਾ ਸੀ। ਸੋ ਤੁਸੀਂ ਆਨਸਰ ਦੇ ਵਿੱਚ ਕੀ ਲਿਖਣਾ ਆ ਕਿ ਪੰਕਜ ਨੇ ਆਪਣੇ ਦੋਸਤਾਂ ਦੇ ਨਾਲ ਮਸੂਰੀ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਬਸ ਇੰਨਾ ਹੀ ਜ਼ਿਕਰ ਕਰੋਗੇ। ਪੰਕਜ ਕਿਹੜੀ ਚੀਜ਼ ਲੈਣ ਦੀ ਜ਼ਿੱਦ ਕਰ ਰਿਹਾ ਸੀ? ਸੋ ਜਿਹੜਾ ਚੈਪਟਰ ਆ ਉਹਦੇ ਵਿੱਚ ਆਪਾਂ ਇਹ ਪੜ੍ਹਿਆ ਸੀ ਕਿ ਪੰਕਜ ਜਿਹੜਾ ਆ ਉਹ ਜ਼ਿੱਦ 'ਤੇ ਅੜਿਆ ਹੋਇਆ ਸੀ। ਪਰ ਉਹ ਕਿਸ ਚੀਜ਼ ਦੀ ਜ਼ਿੱਦ ਕਰ ਰਿਹਾ ਸੀ? ਕੈਮਰੇ ਵਾਲਾ ਮੋਬਾਈਲ ਲੈਣ ਦੇ ਲਈ। ਕਿੰਨੀ ਕੀਮਤ ਸੀ ਉਹਦੀ? 5000 ਰੁਪਇਆ। ਸੋ ਤੁਸੀਂ ਆਨਸਰ ਕਿੱਦਾਂ ਲਿਖੋਗੇ ਕਿ ਪੰਕਜ ਕੈਮਰੇ ਵਾਲਾ ਮੋਬਾਈਲ ਲੈਣ ਦੀ ਜ਼ਿੱਦ ਕਰ ਰਿਹਾ ਸੀ। ਬਸ ਇੰਨਾ ਹੀ। ਪੰਕਜ ਨੂੰ ਉਸਦੇ ਪਾਪਾ ਨਾਲ ਵਾਪਰੀ ਕਿਹੜੀ ਘਟਨਾ ਦਾ ਪਤਾ ਲੱਗਾ? ਸੋ ਪੰਕਜ ਨੇ ਜਿਹੜਾ ਆ ਜਦੋਂ ਕੈਮਰੇ ਵਾਲਾ ਮੋਬਾਈਲ ਲੈਣ ਦੀ ਜ਼ਿੱਦ ਕੀਤੀ ਸੀ ਤਾਂ ਉਹਦੇ ਪਿਤਾ ਜੀ ਕੋਲ ਕੈਮਰੇ ਵਾਸਤੇ 5000 ਰੁਪਇਆ ਨਹੀਂ ਸੀ। ਠੀਕ ਹੈ, ਚੈਪਟਰ 'ਚ ਪੜ੍ਹਿਆ ਸੀ। ਪਰ ਉਹਦੇ ਪਿਤਾ ਜੀ ਜਿਹੜੇ ਆ ਉਹ ਪੰਕਜ ਦੀ ਇੱਛਾ ਪੂਰਤੀ ਦੇ ਲਈ ਆਪਣੇ ਦੋਸਤ ਦੇ ਕੋਲ ਜਿਹੜੇ ਆ ਪੈਸੇ ਲੈਣ ਦੇ ਲਈ ਗਏ ਸੀ। ਇਸ ਕਰਕੇ ਜਿਹੜਾ ਆ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਹਾਦਸਾ ਵਾਪਰਿਆ। ਸੋ ਪੰਕਜ ਨੂੰ ਕੀ ਪਤਾ ਲੱਗਾ ਸੀ? ਪੰਕਜ ਨੂੰ ਇਹ ਪਤਾ ਲੱਗਾ ਸੀ ਕਿ ਉਸ ਦੇ ਪਾਪਾ ਦਾ ਗੋਲ ਚੌਂਕ ਦੇ ਕੋਲ ਐਕਸੀਡੈਂਟ ਹੋ ਗਿਆ ਆ। ਕਿਸੇ ਕਾਰ ਨੇ ਉਹਨਾਂ ਦੇ ਸਾਈਕਲ ਦੇ ਵਿੱਚ ਟੱਕਰ ਮਾਰ ਦਿੱਤੀ ਸੀ। ਠੀਕ, ਇੰਨਾ। ਪੰਕਜ ਨੇ ਆਪਣੇ ਪਾਪਾ ਨੂੰ ਕ੍ਰਿਸ਼ਨਾ ਬਸਤੀ ਜਾਣ ਤੋਂ ਕਿਉਂ ਰੋਕਿਆ? ਸੋ ਜਿਹੜੇ ਆ ਪੰਕਜ ਦੇ ਪਾਪਾ ਉਹਦੀ ਮਰਜ਼ੀ ਨਾਲ ਹੀ ਉਹਦੇ ਲਈ ਪੈਸੇ ਲੈਣ ਦੇ ਲਈ ਮੋਬਾਈਲ ਖਰੀਦਣਾ ਸੀ, ਉਹਦੇ ਲਈ ਪੈਸੇ ਲੈਣ ਦੇ ਲਈ ਆਪਣੇ ਦੋਸਤ ਦੇ ਘਰ ਕ੍ਰਿਸ਼ਨਾ ਬਸਤੀ ਜਾ ਰਹੇ ਸੀ। ਪਰ ਜਦੋਂ ਰਸਤੇ ਦੇ ਵਿੱਚ ਉਹਦੇ ਪਾਪਾ ਦੇ ਨਾਲ ਹਾਦਸਾ ਵਾਪਰਿਆ, ਉਹਨਾਂ ਦਾ ਐਕਸੀਡੈਂਟ ਹੋਇਆ, ਔਰ ਜਦੋਂ ਪੰਕਜ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਉਹਦੇ ਪਿਤਾ ਜੀ ਦਾ ਗੋਲ ਚੌਂਕ ਕੋਲ ਐਕਸੀਡੈਂਟ ਹੋ ਗਿਆ ਆ, ਤਾਂ ਉਸ ਸਮੇਂ ਜਿਹੜਾ ਪੰਕਜ ਇੱਕਦਮ ਘਬਰਾ ਗਿਆ ਸੀ। ਜਦੋਂ ਉਹਨੂੰ ਸੁਰਜੀਤ ਅੰਕਲ ਤੋਂ ਇਹ ਸੂਚਨਾ ਮਿਲੀ ਸੀ ਕਿ ਉਹਦੇ ਪਿਤਾ ਜੀ ਦਾ ਜਿਹੜਾ ਹੈ ਦੁਰਘਟਨਾ ਹੋਈ ਹੈ, ਐਕਸੀਡੈਂਟ ਹੋਇਆ, ਤਾਂ ਉਹ ਘਬਰਾ ਗਿਆ ਸੀ। ਸੋ ਤੁਸੀਂ ਇਹਦੇ ਆਨਸਰ 'ਚ ਕੀ ਲਿਖੋਗੇ? ਪੰਕਜ ਨੇ ਆਪਣੇ ਪਾਪਾ ਨੂੰ ਕ੍ਰਿਸ਼ਨਾ ਬਸਤੀ ਜਾਣ ਤੋਂ ਇਸ ਕਰਕੇ ਰੋਕਿਆ ਕਿਉਂਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਉਸ ਨੂੰ ਸਮਝ ਆ ਗਈ ਸੀ ਕਿ ਅੱਜ ਉਸਦੇ ਪਿਤਾ ਜੀ ਦੇ ਨਾਲ ਹਾਦਸਾ ਉਸ ਦੀ ਜ਼ਿੱਦ ਕਰਕੇ ਵਾਪਰਿਆ ਆ। ਕਿਉਂਕਿ ਜੇਕਰ ਉਹ ਜ਼ਿੱਦ ਨਾ ਕਰਦਾ, ਮਹਿੰਗਾ ਮੋਬਾਈਲ ਲੈਣ ਦੀ ਜਿਹੜੀ ਸੀ ਜ਼ਿੱਦ ਨਾ ਪਗਾਉਂਦਾ, ਨਾ ਉਹਦੇ ਪਿਤਾ ਜੀ ਜਾਂਦੇ ਅਤੇ ਨਾ ਹੀ ਇਹ ਹਾਦਸਾ ਵਾਪਰਦਾ। ਸੋ ਤੁਸੀਂ ਕੀ ਲਿਖਣਾ ਆ ਕਿ ਉਹਨੇ ਇਸ ਕਰਕੇ ਰੋਕਿਆ ਕਿਉਂਕਿ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ, ਕਿਉਂਕਿ ਉਹਨੂੰ ਸਮਝ ਲੱਗ ਗਈ ਸੀ ਕਿ ਅੱਜ ਉਹਦੀ ਜ਼ਿੱਦ ਕਰਕੇ ਹੀ ਉਹਦੇ ਪਿਤਾ ਜੀ ਦੇ ਨਾਲ ਇਹ ਹਾਦਸਾ ਹੋਇਆ। ਪੰਕਜ ਨੇ ਆਪਣੇ ਮੰਮੀ ਪਾਪਾ ਨਾਲ ਕੀ ਪ੍ਰਣ ਕੀਤਾ? ਸੋ ਚੈਪਟਰ ਦੇ ਅਖੀਰ 'ਤੇ ਜਿਹੜਾ ਸੀ ਤੁਹਾਨੂੰ ਮੈਂ ਅੰਡਰਲਾਈਨ ਵੀ ਕਰਾਇਆ ਸੀ ਕਿ ਉਹਨਾਂ ਨੇ ਪ੍ਰਣ ਕੀਤਾ ਸੀ। ਪੰਕਜ ਨੇ ਆਪਣੇ ਮੰਮੀ ਪਾਪਾ ਦੇ ਨਾਲ ਅੱਗੇ ਤੋਂ ਜ਼ਿੱਦ ਛੱਡਣ ਦਾ ਪ੍ਰਣ ਕੀਤਾ। ਉਹਨੇ ਕੀ ਵਾਅਦਾ ਕੀਤਾ ਸੀ ਕਿ ਉਹ ਕਦੇ ਤੋਂ ਵੀ ਜਿਹੜਾ ਹੈ ਜ਼ਿੱਦ ਕਰਕੇ ਆਪਣੇ ਮਾਤਾ ਪਿਤਾ ਨੂੰ ਪਰੇਸ਼ਾਨ ਨਹੀਂ ਕਰੇਗਾ। ਠੀਕ ਹੈ, ਸੋ ਇਹ ਸ਼ਾਰਟ ਕੁਐਸਚਨ ਹੈ। ਹੁਣ ਆਪਾਂ ਡਿਸਕਸ ਕਰਦੇ ਹਾਂ ਲੌਂਗ ਕੁਐਸਚਨ। ਲੌਂਗ ਦਾ ਫਸਟ ਕੁਐਸਚਨ ਹੈ। ਇਹਨਾਂ ਦੇ ਤੁਸੀਂ ਉੱਤਰ ਜਿਹੜੇ ਆ 5-6 ਸਤਰਾਂ ਵਿੱਚ ਲਿਖਣੇ ਹੁੰਦੇ ਆ। ਉਹਦੇ ਲਈ ਤੁਸੀਂ ਦੇਖੋ ਪਹਿਲਾਂ ਕੁਐਸਚਨ 'ਚ ਉਹਨਾਂ ਨੇ ਪੁੱਛਿਆ ਕਿ ਪੰਕਜ ਕਿਹੋ ਜਿਹਾ ਮੁੰਡਾ ਸੀ। ਪਹਿਲਾਂ ਇੰਨੇ ਦਾ ਹੀ ਆਨਸਰ ਦਿਓ। ਕੀ ਚੈਪਟਰ ਦੇ ਵਿੱਚ ਆਪਾਂ ਪੜ੍ਹਿਆ ਸੀ ਪੰਕਜ ਕਿਹੋ ਜਿਹਾ ਮੁੰਡਾ ਸੀ? ਇਹਦੇ 'ਚ ਤੁਸੀਂ ਲਿਖਣਾ ਆ ਪੰਕਜ ਜ਼ਿੱਦੀ ਸੁਭਾਅ ਦਾ ਮੁੰਡਾ ਸੀ। ਇਹਦੇ ਵਿੱਚ ਇੰਨਾ ਹੀ ਲਿਖੋਗੇ। ਉਹ ਆਪਣੇ ਦੋਸਤਾਂ ਨਾਲ ਕਿੱਥੇ ਕੀ ਕਰਨ ਜਾ ਰਿਹਾ ਸੀ? ਹੁਣ ਇਹਦੇ ਵਿੱਚ ਵੀ ਜਿਹੜਾ ਆ ਦੋ ਪਾਰਟ ਹੈ ਇਹਦੇ। ਇੱਥੇ ਤੁਸੀਂ ਪਹਿਲਾਂ ਲਿਖਣਾ ਆ ਕਿ ਪੰਕਜ ਆਪਣੇ ਦੋਸਤਾਂ ਦੇ ਨਾਲ ਮਸੂਰੀ
ਜਾ ਰਿਹਾ ਸੀ। ਕੀ ਕਰਨ ਜਾ ਰਿਹਾ ਸੀ? ਉੱਥੇ ਉਹ ਆਪਣਾ ਨਵਾਂ ਸਾਲ ਮਨਾਉਣ ਦੇ ਲਈ ਜਾ ਰਿਹਾ ਸੀ। ਉਹ ਚਾਹੁੰਦਾ ਸੀ ਕਿ ਉਹ ਕੈਮਰੇ ਵਾਲਾ ਮੋਬਾਈਲ ਲੈ ਕੇ ਆਪਣੇ ਦੋਸਤਾਂ ਦੇ ਨਾਲ ਨਵਾਂ ਸਾਲ ਮਸੂਰੀ ਦੇ ਵਿੱਚ ਮਨਾਵੇ। ਠੀਕ ਹੈ, ਇਸ ਤਰ੍ਹਾਂ ਜਿਹੜਾ ਆ ਤੁਸੀਂ ਇਹਨੂੰ ਬਣਾਉਣਾ ਆ। ਪੰਕਜ ਜਿੱਦੀ ਸੁਭਾਅ ਦਾ ਮੁੰਡਾ ਸੀ। ਉਹ ਆਪਣੇ ਦੋਸਤਾਂ ਦੇ ਨਾਲ ਮਸੂਰੀ ਨਵਾਂ ਸਾਲ ਮਨਾਉਣ ਜਾ ਰਿਹਾ ਸੀ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਕੈਮਰੇ ਵਾਲਾ ਮੋਬਾਈਲ ਲੈ ਕੇ ਨਵਾਂ ਸਾਲ ਆਪਣੇ ਦੋਸਤਾਂ ਦੇ ਨਾਲ ਮਨਾਵੇ। ਠੀਕ ਹੈ, ਅਗਲਾ ਦੇਖੋ, ਪੰਕਜ ਦੇ ਪਾਪਾ ਨੇ ਪੰਕਜ ਨੂੰ ਸਮਝਾਉਂਦਿਆਂ ਕੀ ਕਿਹਾ। ਸੋ ਇੱਥੇ ਤੁਸੀਂ ਜਿਹੜਾ ਆ ਖਾਸ ਤੌਰ 'ਤੇ ਜ਼ਿਕਰ ਕਰਨਾ ਆ ਕਿ ਪੰਕਜ ਦੇ ਪਾਪਾ ਨੇ ਉਹਨੂੰ ਕੀ ਜਿਹੜੀ ਆ ਨਸੀਹਤ ਦਿੱਤੀ ਸੀ, ਕੀ ਸਮਝਾਇਆ ਸੀ। ਸੋ ਇੱਥੇ ਤੁਸੀਂ ਦੱਸੋਗੇ ਕਿ ਪੰਕਜ ਦੇ ਪਾਪਾ ਨੇ ਉਹਨੂੰ ਘਰ ਦੀ ਜਿਹੜੀ ਸਥਿਤੀ ਸੀ ਨਾ, ਆਰਥਿਕ ਸਥਿਤੀ, ਉਹਦੇ ਬਾਰੇ ਜਾਣਕਾਰੀ ਦਿੱਤੀ ਸੀ। ਉਹਨੇ ਕੀ ਦੱਸਿਆ ਸੀ ਉਹਦੇ ਪਿਤਾ ਜੀ ਨੇ ਕਿ ਉਹ ਸਾਰਾ ਦਿਨ, ਉਹ ਮਤਲਬ ਉਹਦੇ ਪਿਤਾ ਜੀ ਜਿਹੜੇ ਆ ਉਹ ਸਾਰਾ ਦਿਨ ਸਬਜ਼ੀ ਤੇ ਜਿਹੜੇ ਆ ਰੇਹੜੀ ਤੇ ਸਬਜ਼ੀ ਵੇਚਦੇ ਆ, ਔਰ ਉਹਦੀ ਜਿਹੜੇ ਮੰਮੀ ਆ ਉਹ ਸਾਰਾ ਦਿਨ ਲੋਕਾਂ ਦੇ ਕੱਪੜੇ ਪ੍ਰੈਸ ਕਰਦੇ ਆ, ਤਾਂ ਜਾ ਕੇ ਜਿਹੜਾ ਆ ਪੈਸੇ ਜੁੜਦੇ ਆ। ਉੱਪਰੋਂ ਘਰ ਦੇ ਖਰਚੇ ਵੀ ਆ, ਅਤੇ ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ 2 ਹੋਰ ਬੱਚੇ ਆ ਉਹਨਾਂ ਦੇ ਵੀ ਖਰਚੇ ਆ, ਸਕੂਲ ਦੀ ਫੀਸ ਵੀ ਦੇਣੀ ਹੁੰਦੀ ਹੈ। ਇਸ ਕਰਕੇ ਉਹਨੂੰ ਆਪਣੀ ਜ਼ਿੱਦ ਛੱਡ ਕੇ ਸਿਆਣਾ ਬਣਨਾ ਚਾਹੀਦਾ ਆ। ਵਿਅਰਥ ਦੀ ਜ਼ਿੱਦ ਕਰਕੇ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਸੋ ਇੱਥੇ ਜਿਹੜਾ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਕਿਵੇਂ ਸਮਝਾਇਆ, ਕਿਵੇਂ ਘਰ ਦੀ ਆਰਥਿਕ ਸਥਿਤੀ ਬਾਰੇ ਜਾਣਕਾਰੀ ਦਿੱਤੀ, ਤੁਸੀਂ ਉਹਦੇ ਬਾਰੇ ਦੱਸੋਗੇ। ਥਰਡ ਕੁਐਸਚਨ ਹੈ, ਸੁਰਜੀਤ ਅੰਕਲ ਨੇ ਪੰਕਜ ਨੂੰ ਕੀ ਦੱਸਿਆ। ਇਹ ਆਪਾਂ ਸ਼ਾਰਟ ਦੇ ਵਿੱਚ ਥੋੜ੍ਹਾ ਜਿਹਾ ਇਹਦਾ ਕੀਤਾ ਸੀ। ਦੇਖੋ, ਸੁਰਜੀਤ ਅੰਕਲ ਨੇ ਪੰਕਜ ਨੂੰ ਕੀ ਦੱਸਿਆ ਸੀ। ਸੁਰਜੀਤ ਅੰਕਲ ਨੇ ਪੰਕਜ ਨੂੰ ਦੱਸਿਆ ਸੀ ਕਿ ਉਸਦੇ ਪਿਤਾ ਜੀ ਦਾ ਗੋਲ ਚੌਂਕ ਦੇ ਕੋਲ ਐਕਸੀਡੈਂਟ ਹੋ ਗਿਆ ਆ। ਕਿਸੇ ਤੇਜ਼ ਰਫ਼ਤਾਰ ਵਾਲੀ ਕਾਰ ਨੇ ਜਿਹੜੀ ਆ ਉਹਦੇ ਪਿਤਾ ਜੀ ਨੂੰ ਟੱਕਰ ਮਾਰ ਦਿੱਤੀ ਆ, ਅਤੇ ਸਾਈਕਲ ਕਾਫੀ ਟੁੱਟ ਗਿਆ। ਬੇਸ਼ੱਕ ਜਿਹੜਾ ਉਹਦੇ ਪਿਤਾ ਜੀ ਦਾ ਬਚਾਅ ਹੋ ਗਿਆ, ਪਰ ਸਾਈਕਲ ਬੁਰੀ ਤਰ੍ਹਾਂ ਟੁੱਟ ਗਿਆ। ਸੋ ਫਸਟ ਪਾਰਟ ਦੇ ਵਿੱਚ ਤੁਸੀਂ ਕੀ ਲਿਖਣਾ ਆ, ਉਹਦੇ ਵਿੱਚ ਇਹ ਜਾਣਕਾਰੀ ਦੇਣੀ ਆ ਕਿ ਸੁਰਜੀਤ ਅੰਕਲ ਤੋਂ ਪੰਕਜ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਹਦੇ ਪਿਤਾ ਜੀ ਜਿਹੜੇ ਆ ਉਹਨਾਂ ਦਾ ਐਕਸੀਡੈਂਟ ਹੋਇਆ ਆ, ਸਾਈਕਲ ਬੁਰੀ ਤਰ੍ਹਾਂ ਟੁੱਟਿਆ ਆ, ਪਰ ਉਹਨਾਂ ਦਾ ਬਚਾਅ ਹੋ ਗਿਆ। ਪੰਕਜ ਨੇ ਕੀ ਸੋਚ ਕੇ ਮਸੂਰੀ ਜਾਣ ਦਾ ਵਿਚਾਰ ਤਿਆਗ ਦਿੱਤਾ। ਹੁਣ ਜਿਹੜਾ ਆ ਪੰਕਜ ਨੇ ਇੱਕ ਪਾਸੇ ਤਾਂ ਜ਼ਿੱਦ ਫੜੀ ਹੋਈ ਸੀ ਕਿ ਉਹਨੇ ਕੈਮਰੇ ਵਾਲਾ ਮੋਬਾਈਲ ਲੈਣਾ ਆ, ਮਸੂਰੀ ਜਾਣਾ, ਦੋਸਤਾਂ ਦੇ ਨਾਲ ਨਵਾਂ ਸਾਲ ਉੱਥੇ ਮਨਾਉਣਾ, ਪਰ ਇੱਕਦਮ ਜਿਸ ਤਰ੍ਹਾਂ ਹੀ ਉਹਦੇ ਜਿਹੜਾ ਆ ਪਿਤਾ ਜੀ ਦੇ ਨਾਲ ਹਾਦਸਾ ਵਾਪਰਿਆ, ਅਤੇ ਉਹਨੇ ਆਪਣਾ ਜਿਹੜਾ ਸੀ ਮਸੂਰੀ ਜਾਣ ਦਾ ਵਿਚਾਰ ਤਿਆਗ ਦਿੱਤਾ, ਛੱਡ ਦਿੱਤਾ। ਕਿਉਂ ਛੱਡ ਦਿੱਤਾ? ਕਿਉਂਕਿ ਪੰਕਜ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਅੱਜ ਉਹਦੇ ਪਿਤਾ ਜੀ ਨਾਲ ਜੋ ਹਾਦਸਾ ਵਾਪਰਿਆ ਆ ਉਹਦੀ ਜ਼ਿੱਦ ਕਰਕੇ ਹੀ ਵਾਪਰਿਆ ਆ। ਜੇਕਰ ਉਹ ਜ਼ਿੱਦ ਨਾ ਕਰਦਾ ਅਤੇ ਨਾ ਹੀ ਉਹਦੇ ਪਿਤਾ ਜੀ ਨਾਲ ਹਾਦਸਾ ਹੁੰਦਾ। ਔਰ ਇੰਨੀ ਗੱਲ ਦੀ ਵੀ ਸਮਝ ਆ ਗਈ ਸੀ ਕਿ ਨਵੇਂ ਸਾਲ ਦੀਆਂ ਖੁਸ਼ੀਆਂ ਜਿਹੜੀਆਂ ਆ ਉਹ ਆਪਣੇ ਘਰ ਪਰਿਵਾਰ ਦੇ ਨਾਲ ਰਹਿ ਕੇ ਵੀ ਮਨਾਈਆਂ ਜਾ ਸਕਦੀਆਂ। ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿਹੜਾ ਆ ਜੇ ਕਿਤੇ ਬਾਹਰ ਜਾਂਦੇ ਹੋ ਘੁੰਮਣ ਫਿਰਨ ਤਾਂ ਹੀ ਜਿਹੜਾ ਆ ਨਵਾਂ ਸਾਲ ਮਨਾਇਆ ਜਾ ਸਕਦਾ ਆ। ਨਵੇਂ ਸਾਲ ਦੀਆਂ ਖੁਸ਼ੀਆਂ ਜਿਹੜੀਆਂ ਆ ਉਹ ਆਪਣੇ ਪਰਿਵਾਰ ਦੇ ਨਾਲ ਘਰ ਰਹਿ ਕੇ ਵੀ ਮਨਾਈਆਂ ਜਾ ਸਕਦੀਆਂ। ਸੋ ਇਹ ਸੋਚਿਆ ਸੀ ਕਿ ਉਹਦੀ ਜ਼ਿੱਦ ਕਰਕੇ ਪਿਤਾ ਜੀ ਨਾਲ ਹਾਦਸਾ ਵਾਪਰਿਆ ਆ। ਜੇ ਉਹ ਜ਼ਿੱਦ ਨਾ ਕਰਦਾ, ਹਾਦਸਾ ਨਾ ਵਾਪਰਦਾ, ਔਰ ਨਵੇਂ ਸਾਲ ਦੀਆਂ ਖੁਸ਼ੀਆਂ ਜਿਹੜੀਆਂ ਆ ਉਹ ਘਰ ਵਿੱਚ ਹੀ ਮਨਾਈਆਂ ਜਾ ਸਕਦੀਆਂ। ਠੀਕ ਹੈ, ਲਾਸਟ ਵਨ ਹੈ, ਪੰਕਜ ਪਾਪਾ ਦੇ ਐਕਸੀਡੈਂਟ ਦਾ ਦੋਸ਼ੀ ਆਪਣੇ ਆਪ ਨੂੰ ਮੰਨ ਰਿਹਾ ਸੀ। ਕਿਉਂ ਮੰਨ ਰਿਹਾ ਸੀ? ਇਸ ਕਰਕੇ ਮੰਨ ਰਿਹਾ ਸੀ ਕਿਉਂਕਿ ਉਹਦੀ ਜ਼ਿੱਦ ਕਰਕੇ ਹੀ ਜਿਹੜੇ ਆ ਉਹਦੇ ਪਿਤਾ ਜੀ ਘਰੋਂ ਨਿਕਲੇ ਸੀ। ਉਹਦੇ ਜਿਹੜਾ ਆ ਮੋਬਾਈਲ ਦਾ ਇੰਤਜ਼ਾਮ ਕਰਨ ਦੇ ਲਈ, ਪੈਸੇ ਲੈਣ ਦੇ ਲਈ ਹੀ ਉਹ ਆਪਣੇ ਦੋਸਤ ਦੇ ਘਰ ਗਏ ਸੀ। ਇਸ ਕਰਕੇ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ। ਹੁਣ ਪੰਕਜ ਇਹ ਸੋਚ ਰਿਹਾ ਸੀ ਕਿ ਜੇਕਰ ਉਹ ਜ਼ਿੱਦ ਨਾ ਕਰਦਾ, ਨਾ ਉਹਦੇ ਪਿਤਾ ਕ੍ਰਿਸ਼ਨਾ ਬਸਤੀ ਜਾਂਦੇ, ਅਤੇ ਨਾ ਹੀ ਉਹਨਾਂ ਦੇ ਪਿਤਾ ਜੀ ਦੇ ਨਾਲ ਇਹ ਹਾਦਸਾ ਵਾਪਰਦਾ। ਸੋ ਪੰਕਜ ਪਾਪਾ ਦੇ ਐਕਸੀਡੈਂਟ ਦਾ ਦੋਸ਼ੀ ਆਪਣੇ ਆਪ ਨੂੰ ਇਸ ਕਰਕੇ ਮੰਨ ਰਿਹਾ ਸੀ ਕਿਉਂਕਿ ਉਹ ਸੋਚ ਰਿਹਾ ਸੀ ਕਿ ਅੱਜ ਉਹਦੀ ਜ਼ਿੱਦ ਕਰਕੇ ਹੀ ਉਹਦੇ ਪਿਤਾ ਜੀ ਦੇ ਨਾਲ ਇਹ ਹਾਦਸਾ ਵਾਪਰਿਆ। ਜੇ ਉਹ ਜ਼ਿੱਦ ਨਾ ਕਰਦਾ, ਨਾ ਉਹਦੇ ਪਿਤਾ ਕ੍ਰਿਸ਼ਨਾ ਬਸਤੀ ਜਾਂਦੇ, ਅਤੇ ਨਾ ਹੀ ਉਹਨਾਂ ਦਾ ਇਹ ਐਕਸੀਡੈਂਟ ਹੁੰਦਾ। ਸੋ ਉਹਦੀ ਜਿਹੜੀ ਆ ਇਸ ਜ਼ਿੱਦ ਨੂੰ ਪੂਰਾ ਕਰਨ ਕਰਕੇ ਹੀ ਉਹਦੇ ਪਿਤਾ ਜੀ ਘਰੋਂ ਨਿਕਲੇ ਅਤੇ ਉਹਨਾਂ ਦਾ ਐਕਸੀਡੈਂਟ ਹੋਇਆ। ਇਸ ਕਰਕੇ ਪੰਕਜ ਜਿਹੜਾ ਆ ਉਹ ਪਿਤਾ ਜੀ ਦੇ ਹਾਦਸੇ ਦਾ ਕਸੂਰਵਾਰ ਆਪਣੇ ਆਪ ਨੂੰ ਸਮਝ ਰਿਹਾ ਸੀ। ਸੋ ਸਟੂਡੈਂਟ, ਇਹ ਜਿਹੜੇ ਕੁਐਸਚਨ ਆ ਓਰਲ ਤੁਹਾਨੂੰ ਮੈਂ ਸਮਝਾਏ ਆ, ਇੱਕ ਵਾਰੀ ਚੰਗੀ ਤਰ੍ਹਾਂ ਜਿਹੜਾ ਆ ਤੁਸੀਂ ਇਹਨੂੰ ਸੁਣ ਲਈਓ।
ਤੇ ਕੋਈ ਵੀ ਪ੍ਰੋਬਲਮ ਆਵੇ ਤਾਂ ਤੁਸੀਂ ਜਿਹੜਾ ਹੈ ਮੈਨੂੰ ਜਦੋਂ ਮਰਜ਼ੀ WhatsApp ਤੇ ਪੁੱਛ ਸਕਦੇ ਹੋ। ਬਾਕੀ ਜਿਹੜਾ ਹੈ ਇਹ ਸਾਰੇ ਆਨਸਰ ਜਿਹੜੇ ਆ ਤੁਹਾਨੂੰ ਮੈਂ ਰਿਟਨ ਵੀ ਸੈਂਡ ਕਰੂੰਗੀ ਤੇ ਤੁਸੀਂ ਜਿਹੜੇ ਆ ਆਪਣੀ ਕਾਪੀ ਨੂੰ ਪ੍ਰੋਪਰ ਮੇਨਟੇਨ ਕਰ ਲੈਣਾ। ਠੀਕ ਹੈ, ਓਕੇ।